ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀਅ ਨਾਲ ਸਮਾਰੈ। ਨਾਨਕ ਸਤਿਗੁਰ ਸਿੱਖ ਕੋ ਜੀਅ ਨਾਲ ਸਮਾਰੈ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਹਲਤ ਪਲਤ ਕੇ ਰੱਖਿਅਕ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗਰੀਬ ਨਵਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਬੰਦੀ ਛੋੜ ਦਿਵਸ ਆਪ ਸੰਗਤਾਂ ਬੜੇ ਚਾਅ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਸਤਤ ਕਰਦਿਆਂ ਬਚਨ ਲਿਖੇ ਹੈ ਕਿ ਸਤਿਗੁਰ ਪਾਰਸ ਪਰਸੈ ਕੰਚਨ ਕਰੈ ਮਨੂਰ ਮਲੀਣਾ ਸਤਿਗੁਰ ਬਾਵਨ ਚੰਦਨੋ ਵਾਸ ਸੁਬਾਸ ਕਰੈ ਲਾਖੀਣਾ। ਤੇ ਅੱਗੇ ਲਿਖਦੇ ਹਨ ਕਿ ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਣਾ ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲਹੁ ਦੁੱਧ ਪੀਣਾ। ਗੁਰ ਤੀਰਥ ਦਰਿਆਉ ਹੈ ਪਸ਼ੂ ਪ੍ਰੇਤ ਕਰੈ ਪ੍ਰਬੀਣਾ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓਡੀਣਾ ਗੁਰਮੁਖ ਮਨ ਪਤੀਜ ਪਤੀਣਾ। ਭਾਈ ਗੁਰਦਾਸ ਜੀਆਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਬੰਦੀ ਛੋੜ ਲਿਖਣ ਵਾਸਤੇ ਪਹਿਲਾਂ ਅਨੇਕਾਂ ਦ੍ਰਿਸ਼ਟਾਂਤ ਸਾਧ ਸੰਗਤ ਜੀਓ ਦੇ ਦਿੱਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿ ਦਿੱਤਾ ਕਿ ਗੁਰੂ ਮਹਾਰਾਜ ਪਾਰਸ ਦੀ ਨਿਆਈ ਹਨ, ਪਾਰਸ ਦੀ ਨਿਆਈ। ਪਾਰਸ ਇੱਕ ਧਾਤ ਹੈ ਜਿਹਦੇ ਨਾਲ ਸਾਧ ਸੰਗਤ ਜੀ 8 ਧਾਤਾਂ ਮਿਲ ਕਰਕੇ ਸੋਨਾ ਬਣ ਜਾਂਦੀਆਂ ਨੇ ਤੇ ਉਹ 8 ਧਾਤਾਂ ਨੂੰ ਹੀ ਪਾਰਸ ਦੀ ਵੱਟੀ ਜਿਹੜਾ ਸੋਨਾ ਬਣਾ ਸਕਦੀ ਹੈ ਤੇ ਇਸ ਤੋਂ ਵੱਧ ਨਹੀਂ।
ਪਰ ਸਤਿਗੁਰੂ ਮਹਾਰਾਜ ਐਸੇ ਪਾਰਸ ਹਨ ਕਿ ਗਰੀਬ ਨਵਾਜ ਦੇ ਨਾਲ ਜਿਹੜਾ ਵੀ ਮਿਲ ਗਿਆ, ਚਾਹੇ ਕਿਸੇ ਜਾਤ ਦਾ, ਚਾਹੇ ਕਿਸੇ ਧਰਮ ਦਾ, ਚਾਹੇ ਕਿਸੇ ਮਜ਼ਹਬ ਦਾ, ਚਾਹੇ ਉੱਚਾ ਆ ਚਾਹੇ ਨੀਵਾਂ ਆ, ਚਾਹੇ ਜਹਾਂਗੀਰ ਬਾਦਸ਼ਾਹ ਆ, ਚਾਹੇ ਅਕਬਰ ਬਾਦਸ਼ਾਹ ਆ, ਚਾਹੇ ਕੋਈ ਗਰੀਬ ਭਾਈਆ ਸਿੱਖ ਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਪਾਰਸ ਹਨ ਕਿ ਗਰੀਬ ਨਵਾਜ ਦੇ ਨਾਲ ਮਿਲ ਕੇ ਸਾਰੇ ਮੁਕਤ ਹੋ ਗਏ। ਪਾਰਸ ਇਸ ਕਰਕੇ ਭਾਈ ਗੁਰਦਾਸ ਜੀ ਨੇ ਆਖਿਆ ਕਿਉਂਕਿ ਜਿਹੜਾ ਦ੍ਰਿਸ਼ਟਾਂਤ ਹਰ ਸਮੇਂ ਇੱਕ ਅੰਗੀ ਹੁੰਦਾ ਆ। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਸ ਕਿਲੇ ਦੇ ਅੰਦਰ ਆਏ ਹੈ ਨਾ, ਚੰਦੂ ਨੇ ਨੀਤੀ ਵਰਤੀ ਮਹਾਰਾਜ ਨੂੰ ਕਿਲੇ ਵਿੱਚ ਭੇਜਣ ਵਾਸਤੇ। ਇਹ ਕਿਲਾ ਸੰਸਾਰ ਦੇ ਵਿੱਚ ਅਨੇਕਾਂ ਕਿਲਿਆਂ ਦੇ ਵਿੱਚੋਂ ਇਹ ਗਵਾਲੀਅਰ ਦਾ ਕਿਲਾ ਵੀ ਮੁੱਖ ਆਉਂਦਾ ਆ, ਜਿਹਦੀ ਬਾਬਤ ਇਤਿਹਾਸਕਾਰ ਇੱਕ ਫਾਰਸੀ ਦੀ ਕਿਤਾਬ ਹੈ ਉਹਦੇ ਵਿੱਚ ਲਿਖਦੇ ਆ। ਉਹਦੇ ਵਿੱਚ ਕਿਲਿਆਂ ਦਾ ਵੀ ਜ਼ਿਕਰ ਹੈ ਅਤੇ ਸਾਰੇ ਜਿੰਨੇ ਹਿੰਦੁਸਤਾਨ ਦੇ ਰਾਜੇ ਹੋਏ ਆ ਪੁਰਾਣੇ ਤੋਂ ਪੁਰਾਣੇ ਉਹਨਾਂ ਦਾ ਵੀ ਜ਼ਿਕਰ ਹੈ, ਅਤੇ ਜਿੰਨੀਆਂ ਜੰਗਾਂ ਹੋਈਆਂ ਉਹਨਾਂ ਦਾ ਵੀ ਜ਼ਿਕਰ ਹੈ। ਉਹਦੇ ਵਿੱਚ ਕਿਲਿਆਂ ਦੇ ਵਿੱਚ ਗਵਾਲੀਅਰ ਦੇ ਕਿਲੇ ਦਾ ਵੀ ਜ਼ਿਕਰ ਹੈ ਕਿ ਜਿਹੜਾ ਵੀ ਇਹਨੂੰ ਰਾਜਸੀ ਕਿਲਾ ਕਿਹਾ ਜਾਂਦਾ, ਰਾਜਸੀ ਕੈਦ ਕਿਹਾ ਜਾਂਦਾ, ਕਿ ਜਿੱਥੇ ਰਾਜੇ ਕੈਦ ਕੀਤੇ ਜਾਂਦੇ ਜਿਹੜੇ ਬਗਾਵਤ ਕਰਦੇ ਹੈ ਅਤੇ ਇੱਥੋਂ ਕੋਈ ਵਾਪਸ ਨਹੀਂ ਮੁੜ ਕੇ ਜਾਂਦਾ। ਚੰਦੂ ਨੇ ਤਾਂ ਇਸ ਨੀਤੀ ਦੇ ਨਾਲ ਮਹਾਰਾਜ ਨੂੰ ਭੇਜਿਆ ਸੀ। ਪਰ ਸਤਿਗੁਰੂ ਮਹਾਰਾਜ ਜੀ ਐਸੇ ਪਾਰਸ ਹੋਏ, ਸਤਿਗੁਰਾਂ ਜੀ ਨੇ ਐਸੀ ਪਾਰਸ ਦੀ ਛੋਹ ਇਸ ਕਿਲੇ ਦੇ ਵਿੱਚ ਪਾਈ ਕਿ ਵੇਖੋ ਅੱਜ ਤੱਕ ਕਿੱਥੋਂ ਸੰਗਤਾਂ ਸੋਨਾ ਬਣ ਬਣ ਕੇ, ਸੋਨੇ ਤੇ ਦੂਰ ਦੀ ਗੱਲ, ਗੁਰੂ ਦਾ ਰੂਪ ਹੋ ਕੇ ਜਾ ਰਹੀਆਂ ਨੇ ਅੱਜ ਤੱਕ। ਕਿੰਨਾ ਚਿਰ ਹੋ ਗਿਆ ਮਹਾਰਾਜ ਨੂੰ ਕਿਲੇ ਵਿੱਚ ਆਇਆ, ਅਤੇ ਫਿਰ ਵੀ ਸੰਗਤਾਂ ਆਉਂਦੀਆਂ ਅਤੇ ਸਤਿਗੁਰੂ ਜੀ ਦੀ ਛੋਹ ਨੂੰ ਪ੍ਰਾਪਤ ਕਰਕੇ ਇੱਥੋਂ ਦੇ ਰਮਣੀਕ ਅਸਥਾਨ ਦਾ ਆਨੰਦ ਮਾਣ ਕਰਕੇ, ਨਾਮ ਦਾ, ਸੇਵਾ ਦਾ, ਸਿਮਰਨ ਦਾ ਲਾਹਾ ਲੈ ਕਰਕੇ ਅਤੇ ਅਨੇਕਾਂ ਹੀ ਸੰਗਤਾਂ ਆਪਣਾ ਜੀਵਨ ਸੁਧਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਪਾਰਸ ਸੀ। ਕਿਉਂਕਿ ਗੁਰੂ ਐਸਾ, ਗੁਰੂ ਪਾਰਸ ਤੇ ਹੈ, ਪਰ ਜਿਹੜਾ ਗੁਰੂ ਦੇ ਨਾਲ ਮਿਲਦਾ ਮਹਾਰਾਜ ਉਹਨੂੰ ਲੋਹਾ ਨਹੀਂ ਬਣਾਉਂਦੇ। ਲੋਹਾ ਥੋੜ੍ਹਾ ਸਤਿਗੁਰੂ ਜੀ ਨੇ ਬਣਾਉਣਾ, ਨਾ ਮਹਾਰਾਜ ਕੰਚਨ ਬਣਾਉਂਦੇ ਆ, ਸੋਨਾ ਬਣਾਉਂਦੇ। ਸਤਿਗੁਰੂ ਮਹਾਰਾਜ ਨੂੰ ਆਪਣਾ ਰੂਪ ਹੀ ਬਣਾ ਲੈਂਦੇ, ਪਾਰਸ ਹੀ ਬਣਾ ਲੈਂਦੇ ਆ। ਜਿਹੜਾ ਹਰਦਾਸ ਦਰੋਗਾ ਸੀ ਨਾ ਕਿਲੇ ਦਾ, ਹਰਦਾਸ ਜਿਹਦਾ ਨਾਮ ਕਰਕੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਜਦੋਂ ਮਹਾਰਾਜ ਸੱਚੇ ਪਾਤਸ਼ਾਹ 52 ਰਾਜਿਆਂ ਨੂੰ ਛਡਾ ਕੇ ਲੈ ਕੇ ਚੱਲੇ ਨਾ, ਮਹਾਰਾਜ 50 ਕਲੀਆਂ ਵਾਲਾ ਚੋਲਾ ਬਣਾਇਆ ਹੋਇਆ, ਅਤੇ 2 ਰਾਜੇ ਜਿਹੜੇ ਰਹਿ ਗਏ ਜਦੋਂ ਸਤਿਗੁਰੂ ਜੀ ਤੁਰਨ ਲੱਗੇ ਅਤੇ ਉਹਨਾਂ ਪੁਕਾਰ ਕੀਤੀ। 2 ਰਾਜੇ ਜਿਹੜੇ ਰਹਿ ਗਏ ਨਾ, 50 ਕਲੀਆਂ ਵਾਲਾ ਚੋਲਾ ਮਹਾਰਾਜ ਨੇ ਬਣਵਾਇਆ ਸੀ, ਅਤੇ 50 ਰਾਜੇ ਖਹਿ ਕੇ ਮਹਾਰਾਜ ਦੀਆਂ ਕਲੀਆਂ ਫੜ ਕੇ ਖੜ ਗਏ, ਅਤੇ 2 ਰਾਜੇ ਰਹਿ ਗਏ। ਜਦੋਂ ਮਹਾਰਾਜ ਤੁਰਨ ਲੱਗੇ ਹੈ ਨਾ, ਅਤੇ ਉਹ ਰਾਜਿਆਂ ਨੇ ਦੁਹਾਈ ਕੀਤੀ, ਦੁਹਾਈ ਕਹਿੰਦੇ ਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ, ਤੁਹਾਡੇ ਤੋਂ ਬਗੈਰ ਸਾਨੂੰ ਇੱਥੋਂ ਕੌਣ ਮੁਕਤ ਕਰ ਸਕਦਾ। ਮਹਾਰਾਜ ਬਾਕੀਆਂ ਨੂੰ ਲੈ ਚੱਲੇ, ਸਾਨੂੰ ਛੱਡ ਚੱਲੇ ਜੇ, ਸਾਨੂੰ ਵੀ ਕਿਰਪਾ ਕਰਕੇ ਨਾਲ ਲੈ ਕੇ ਚੱਲੋ। ਅਤੇ ਉਹ ਜਿਹੜੇ ਜੇਲਰ ਸਿਪਾਹੀ ਆ ਉਹਨਾਂ ਨੂੰ ਘੂਰਨ, ਕਹਿੰਦੇ ਮਹਾਰਾਜ ਦੇ ਚੋਲੇ ਦੀਆਂ ਕਲੀਆਂ ਮੁੱਕ ਗਈਆਂ, ਤੁਹਾਡੇ ਵਾਸਤੇ ਹੁਣ ਕਲੀਆਂ ਨਹੀਂ ਫੜਨ ਨੂੰ, ਇਸ ਕਰਕੇ ਮਹਾਰਾਜ ਦੇ ਅੱਗੇ ਨਾ ਆਓ, ਤੁਹਾਡੇ ਕਰਮਾਂ ਦੇ ਵਿੱਚ ਇੱਥੋਂ ਦੀ ਜੇਲ੍ਹ ਹੀ ਲਿਖੀ ਹੈ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਪੁਕਾਰ ਕੀਤੀ ਕਿ ਮਹਾਰਾਜ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਗੈਰ ਤੇ ਸਾਨੂੰ ਕੋਈ ਨਹੀਂ ਛਡਾ ਸਕਦਾ, ਕਿਰਪਾ ਰਹਿਮਤ ਕਰੋ ਸਾਡੇ 'ਤੇ ਵੀ। ਅਤੇ ਮਹਾਰਾਜ ਗਰੀਬ ਨਵਾਜ ਜੀ ਨੇ ਜਿਹੜੀਆਂ ਅੱਗੇ ਵਾਲੀਆਂ ਤਣੀਆਂ ਸੀ ਨਾ, ਸਤਿਗੁਰੂ ਜੀ ਕਹਿੰਦੇ ਆ 2 ਹੈਗੀਆਂ, ਇਹ 2 ਤੁਸੀਂ ਫੜ ਲਓ। ਇਸ ਤਰੀਕੇ ਦੇ ਨਾਲ ਮਹਾਰਾਜ ਨੇ ਉਹ ਵੀ ਮੁਕਤ ਕਰ ਦਿੱਤੇ ਰਾਜੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਦੇ ਨਾਲ ਵੈਰ ਭਾਵ ਨਹੀਂ ਗਰੀਬ ਨਵਾਜ ਨੇ ਰੱਖਿਆ। ਅਤੇ ਉਹ ਹਰਦਾਸ ਦਰੋਗਾ ਜਿੰਨੇ ਦਿਨ 42 ਦਿਨ ਮਹਾਰਾਜ ਇਸ ਕਿਲੇ ਦੇ ਵਿੱਚ ਰਹੇ ਆ, ਅਤੇ ਹਰਦਾਸ ਦਰੋਗੇ ਨੂੰ ਐਸੀ ਮਹਾਰਾਜ ਦੀ ਛੋਹ ਪ੍ਰਾਪਤ ਹੋਈ ਕਿ ਜਦੋਂ ਸਤਿਗੁਰੂ ਜੀ ਕਿਲਾ ਛੱਡ ਕੇ ਇੱਥੋਂ ਜਾਣ ਲੱਗਿਆ ਨਾ, ਰਾਜਿਆਂ ਨੂੰ ਮੁਕਤ ਕਰਾ ਕੇ ਆਪ ਵੀ ਮਹਾਰਾਜ ਚੱਲੇ, ਅਤੇ ਹਰਦਾਸ ਦਰੋਗਾ ਕਹਿੰਦਾ ਮਹਾਰਾਜ ਮੈਂ ਵੀ ਨਾਲ ਹੀ ਜਾਣਾ ਹੈ ਤੁਹਾਡੇ, ਮੈਨੂੰ ਸਤਿਗੁਰੂ ਜੀ ਇਹ ਨੌਕਰੀ ਹੁਣ ਚੰਗੀ ਨਹੀਂ ਲੱਗਦੀ ਜਹਾਂਗੀਰ ਦੀ, ਤੁਹਾਡੀ ਸੇਵਾ ਭਾਉਂਦੀ ਹੈ, ਕਿਰਪਾ ਕਰਕੇ ਮੈਨੂੰ ਨਾਲ ਹੀ ਲੈ ਚੱਲੋ। ਅਤੇ ਉਹ 52 ਰਾਜੇ ਵੀ ਕਹਿੰਦੇ ਮਹਾਰਾਜ ਤੁਹਾਡੇ ਨਾਲ ਹੀ ਜਾਣਾ, ਸਾਡਾ ਹੁਣ ਦੁਨੀਆ ਵਿੱਚ ਇੱਥੇ ਕੌਣ ਹੈ। ਹੱਦ ਸੰਗਤ ਜੀ, ਆਪਾਂ ਇਸ ਗੱਲ ਨੂੰ ਸਮਝੀਏ ਕਿ ਮਹਾਰਾਜ ਨੇ 52 ਰਾਜੇ ਇਸ ਕਿਲੇ ਵਿੱਚੋਂ ਕੈਦ ਕਰਾਏ, ਅਤੇ ਸੰਸਾਰ ਵੀ ਇੱਕ ਕਿਲਾ ਆ, ਸੰਸਾਰ ਵੀ ਇੱਕ ਕਿਲੇ ਦੀ ਨਿਆਈ ਹੈ, ਅਤੇ ਜੀਵ ਰੂਪੀ ਰਾਜਾ
ਇਸ ਕਿਲੇ ਦੇ ਵਿੱਚ ਕੈਦ ਹੋਇਆ ਪਿਆ, ਸੰਸਾਰ ਰੂਪੀ ਕਿਲੇ ਦੇ ਵਿੱਚ, ਕਿਉਂਕਿ ਬੰਧਨ ਪਏ ਹੋਏ ਆ ਜਨਮ ਮਰਨ ਦੇ, ਤੇ ਇਹ ਕਿਲਾ ਹੀ ਹੈ ਇੱਕ ਤਰੀਕੇ ਦਾ। ਇਹਨੂੰ ਕਿਲਾ ਸਮਝੋ ਸੰਸਾਰ ਨੂੰ। ਤੂੰ ਇਸ ਕਿਲੇ ਦੇ ਵਿੱਚ ਇਹ ਜੀਵ ਰੂਪੀ ਜਿਹੜਾ ਰਾਜਾ ਆ ਵਿਚਾਰਾ ਕੈਦ ਕੀਤਾ ਹੋਇਆ, ਮਾਇਆ ਦੇ ਇਹਨੂੰ ਬੰਧਨ ਬੇੜੀਆਂ ਪਈਆਂ ਹੋਈਆਂ ਨੇ, ਤੇ ਗਲ ਦੇ ਵਿੱਚ ਤੌਕ ਵਿਕਾਰਾਂ ਦੇ ਐਸੇ ਪਏ ਹੋਏ ਐ। ਤੇ ਇਸ ਤਰੀਕੇ ਦੀ ਹਾਲਤ ਜਿਵੇਂ ਉਹਨਾਂ ਰਾਜਿਆਂ ਦੀ ਸੀਗੀ ਨਾ ਹਾਲਤ, ਕਿ ਬਹੁਤ ਜ਼ਿਆਦਾ ਬਾਲ ਉਹਨਾਂ ਦੇ ਸਰੀਰ ਦੇ ਵਧੇ ਹੋਏ ਸੀ, ਜੂਆਂ ਪਈਆਂ ਸੀ, ਨਹਾਉਂਦੇ ਨਹੀਂ ਸੀ, ਧੋਂਦੇ ਨਹੀਂ ਸੀ, ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦੀ ਸਹੂਲਤ ਨਹੀਂ ਸੀ। ਆ ਕਿਲੇ ਦੇ ਦਰਸ਼ਨ ਪਰਲੇ ਪਾਸੇ ਜਿਹੜੀ ਜੇਲ੍ਹ ਜਿਹਨੂੰ ਕਹਿੰਦੇ ਹੈ, ਮਹਿਲਾਂ ਦੇ ਅੰਦਰ ਰਾਜਿਆਂ ਦੇ ਮਹਿਲ ਜਿਹੜੇ ਭਰੇ, ਤੇ ਉਹਦੇ ਵਿੱਚ ਜੇਲ੍ਹਾਂ ਵੇਖੋ ਜਾ ਕੇ ਕਿੰਨੀਆਂ ਕਿੰਨੀਆਂ, ਖੜੇ ਹੋਣ ਨੂੰ ਵੀ ਜਗ੍ਹਾ ਨਹੀਂ, ਇੰਨੇ ਤਸੀਹੇ ਉਹਨਾਂ ਰਾਜਿਆਂ ਨੂੰ ਦਿੱਤੇ ਜਾਂਦੇ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਇਸ ਕਿਲੇ ਦੇ ਵਿੱਚ ਆਏ ਨਾ, ਤੇ ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਹਾਲਤ ਜਿਹੜੀ ਸੁਧਾਰੀ ਹੈ, ਉਹਨਾਂ ਦਾ ਖਾਣਾ ਪੀਣਾ ਠੀਕ ਕੀਤਾ। ਸਤਿਗੁਰੂ ਮਹਾਰਾਜ ਇਤਿਹਾਸਕਾਰ ਇੱਥੋਂ ਤੱਕ ਜ਼ਿਕਰ ਕਰਦੇ ਹੈ ਕਿ ਮਹਾਰਾਜ ਨੇ ਉਹਨਾਂ ਰਾਜਿਆਂ ਦੇ ਸਿਰਾਂ ਵਿੱਚੋਂ ਜੂਆਂ ਵੀ ਆਪ ਕੱਢੀਆਂ ਗਰੀਬ ਨਵਾਜ ਜੀ ਨੇ, ਤੇ ਉਹਨਾਂ ਨੂੰ ਨਲਾਉਣ ਧਲਾਉਣ ਦੀ ਸੇਵਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ। ਤੇ ਸਵੇਰੇ ਸ਼ਾਮ ਕਿਲੇ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਹੋਣ ਲੱਗਾ। ਉਹ ਰਾਜੇ ਵੀ ਜਿਹੜੇ ਉੱਚੀ ਉੱਚੀ ਪੁਕਾਰਾ ਕਰਦੇ ਸੀ, ਕਿਉਂਕਿ ਪਤਾ ਸੀ ਵੀ ਇੱਥੇ ਹੁਣ ਕਿਲੇ ਦੇ ਵਿੱਚੋਂ ਨਿਕਲਣਾ ਤਾਂ ਕਿਸੇ ਪ੍ਰਕਾਰ ਦੇ ਨਾਲ ਨਹੀਂ ਹੈ, ਇੱਥੋਂ ਮੌਤ ਹੀ ਹੋਣੀ ਹੈ, ਤੇ ਸਰੀਰ ਵੀ ਸਾਡੀ ਸਵਾਹ ਤੱਕ ਵੀ ਬਾਹਰ ਨਹੀਂ ਜਾਣੀ। ਤੇ ਉਹ ਪਰਮੇਸ਼ਰ ਨੂੰ ਦਿਨੇ ਰਾਤ ਪੁਕਾਰਾ ਕਰਦੇ ਕਿ ਵਾਹਿਗੁਰੂ ਜੇ ਤੂੰ ਆਪ ਆਵੇਂ ਤਾਂ ਸਾਨੂੰ ਇੱਥੋਂ ਛੁਡਾ ਸਕੇ। ਤੇ ਪਰਮੇਸ਼ਰ ਵਾਹਿਗੁਰੂ ਆਪ ਸਾਧ ਸੰਗਤ ਜੀ ਇੱਥੇ ਪ੍ਰਗਟ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆ ਕੇ ਹੋਏ, ਤੇ ਉਹਨਾਂ ਰਾਜਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਕਤ ਕੀਤਾ। ਤੇ ਸੰਸਾਰ ਕਿਲਾ ਆ, ਤੇ ਜੀਵ ਰੂਪੀ ਰਾਜਾ ਇਹਦੇ ਵਿੱਚ ਕੈਦ ਹੋਇਆ ਪਿਆ, ਮਾਇਆ ਦੇ ਬੰਧਨ ਪਏ ਐ, ਸਮਝ ਕੁਝ ਆ ਨਹੀਂ ਰਹੀ। ਪਤਾ ਆ ਵੀ ਸੰਸਾਰ ਦੇ ਵਿੱਚ ਜੰਮਣ ਮਰਨ ਦੇ ਚੱਕਰਾਂ ਵਿੱਚ ਹੁਣ ਰਹਿਣਾ ਹੀ ਪੈਣਾ ਆ, ਇੰਨਾ ਮੋਹ ਮਾਇਆ ਦੇ ਵਿੱਚ ਗਲਤਾਨ ਹੋ ਗਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਰੂਪ ਰਾਜਾ ਚਿੰਤਾ ਨਾ ਕਰ, ਪਰਮੇਸ਼ਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਪੁਕਾਰ ਕਰ, ਉਹਦੇ ਅੱਗੇ ਪਲੜਾ ਫਰਾ ਕਿ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸੰਸਾਰ ਰੂਪੀ ਕਿਲੇ ਦੇ ਵਿੱਚ ਜਿਹੜਾ ਆਇਆ ਇੱਥੋਂ ਮਰ ਕੇ ਹੀ ਗਿਆ। ਆਪ ਮਹਾਰਾਜ ਕਿਰਪਾ ਕਰੋ, ਸਾਨੂੰ ਗਿਆਨ ਦੀ ਸੋਝੀ ਬਖਸ਼ੋ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਕਿਲੇ ਦੀ ਕੈਦ ਵਿੱਚੋਂ ਛਡਾਓ। ਇਹ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨ 'ਤੇ ਆਏ ਹੋ। ਸਾਰੀ ਸੰਗਤ ਹੱਥ ਜੋੜ ਕੇ ਮਹਾਰਾਜ ਨੂੰ ਇਹੋ ਬੇਨਤੀ ਕਰੀਏ, ਮਹਾਰਾਜ ਇਹ ਜੰਮਣ ਮਰਨ ਦੇ ਜਿਹੜੇ ਬੰਧਨ ਹੈ, 84 ਲੱਖ ਦਾ ਗੇੜ ਹੈ, ਸਾਡੀ ਹਾਲਤ ਤੇ ਮਹਾਰਾਜ ਉਹਨਾਂ ਰਾਜਿਆਂ ਵਰਗੀ ਹੋਈ ਹੈ, 52 ਰਾਜਿਆਂ ਵਰਗੀ, ਉਸ ਤਰੀਕੇ ਦੀ ਹੀ ਹਾਲਤ ਹੈ ਸਾਡੀ। ਅਸੀਂ ਤੇ ਵਿਕਾਰਾਂ ਵਿੱਚ ਗ੍ਰਸੇ ਪਏ ਹਾਂ। ਮਹਾਰਾਜ ਸਾਨੂੰ ਜੰਜੀਰਾਂ ਐਸੀਆਂ ਪਈਆਂ ਹੋਈਆਂ ਇਹਨਾਂ ਵਿਕਾਰਾਂ ਦੀਆਂ, ਮੋਹ ਮਾਇਆ ਦੀਆਂ, ਕਿ ਇੱਥੋਂ ਛੁੱਟਣਾ ਸਾਡੇ ਦੇ ਵੱਸ ਦੀ ਤੇ ਗੱਲ ਤੇ ਨਹੀਂ। ਆਪ ਹੀ ਕਿਰਪਾ ਕਰੋ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਿਗੁਰ ਪਾਰਸ ਪਰਸਿਐ ਕੰਚਨ ਕਰੈ ਮਨੂਰ ਮਲੀਣਾ। ਮਹਾਰਾਜ ਪਾਰਸ ਐਸੇ ਕਿ ਮਨੂਰ ਗਲੇ ਲੋਹੇ ਨੂੰ ਕਿਹਾ ਜਾਂਦਾ, ਗਲੇ ਲੋਹੇ ਨੂੰ, ਉਹ ਜਿਹੜਾ ਮੈਲਾ ਲੋਹਾ ਆ ਉਹਨੂੰ ਵੀ ਪਾਰਸ ਜਿਹੜਾ ਨਾ ਸੋਨਾ ਬਣਾ ਦਿੰਦਾ। ਤੇ ਸਤਿਗੁਰੂ ਮਹਾਰਾਜ ਬਾਰੇ ਗੁਰਬਾਣੀ ਨੇ ਕੀ ਆਖਿਆ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋ ਆਰਾਮ। ਜਾਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਅੰਦਰ ਫਰਮਾਉਂਦੇ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਸਤਿਗੁਰੂ ਜੀ ਕਹਿੰਦੇ ਗੁਰੂ ਐਸਾ ਪਾਰਸ ਹੈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ। ਤਨੇਹਾ ਸਾਧ ਸੰਗਤ ਜੀ ਕਿਹਨੂੰ ਕਹਿੰਦੇ, ਤਿਹੋ ਜਿਹਾ ਜੇ ਗੁਰੂ ਮਿਲ ਜਾਵੇ। ਕਹਿੰਦੇ ਕਿਹੋ ਜਿਹਾ ਗੁਰੂ ਮਿਲ ਜਾਵੇ, ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ, ਜਿਹੜਾ ਬ੍ਰਹਮ ਨੂੰ ਸੁਣਦਾ ਹੋਵੇ ਤੇ ਬ੍ਰਹਮ ਨੂੰ ਵੇਖਦਾ ਹੋਵੇ, ਐਸਾ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਵਰਗਾ, ਛੇਵੇਂ ਪਾਤਸ਼ਾਹ ਵਰਗਾ ਗੁਰੂ ਮਿਲ ਜਾਵੇ, ਜਿਹੜਾ ਆਪਣੇ ਸਿੱਖਾਂ ਦੇ ਬੰਧਨ ਕੱਟਦਾ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ 10 ਸਰੂਪਾਂ ਦੇ ਵਿੱਚ ਅਨੇਕਾਂ ਦੇ ਬੰਧਨ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਦੀ ਕੈਦ ਵਿੱਚੋਂ ਏਮਨਾਬਾਦ ਦੇ ਲੋਕਾਂ ਨੂੰ ਛਡਾਇਆ, ਤੇ ਛੇਵੇਂ ਪਾਤਸ਼ਾਹ ਜੀ ਨੇ ਇੱਥੋਂ 52 ਰਾਜੇ ਛਡਾਏ, ਤੇ 10ਵੇਂ ਪਾਤਸ਼ਾਹ ਜੀ ਨੇ ਮਨਮਾੜ ਵਿਖੇ ਜਿਹੜੇ ਰਾਜੇ ਪੂਨੇ ਸਤਾਰੇ ਦੀ ਜੇਲ੍ਹ ਵਿੱਚ ਕੈਦ ਸੀ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਡਾਏ। ਅਨੇਕਾਂ ਸਤਿਗੁਰਾਂ ਨੇ ਐਸੇ ਬੰਧਨ ਅਨੇਕਾਂ ਦੇ ਕੱਟੇ ਹੈ।
ਤੇ ਅਸੀਂ ਮਹਾਰਾਜ ਦੇ ਸਿੱਖ ਕਹਾਉਂਦੇ ਆ। ਜੇ ਮਹਾਰਾਜ ਨੂੰ ਅਰਦਾਸ ਬੇਨਤੀ ਕਰੀਏ ਕਿ ਸਾਡੇ ਨਹੀਂ ਮਹਾਰਾਜ ਜਨਮ ਮਰਨ ਦੇ ਬੰਧਨ ਕੱਟਣਗੇ, ਜ਼ਰੂਰ ਕੱਟਣਗੇ। ਪਰ ਜੇ ਸਤਿਗੁਰੂ ਮਹਾਰਾਜ ਦੇ ਅੱਗੇ ਤਰਲਾ ਲਈਏ, ਮਹਾਰਾਜ ਕੀ ਕਹਿੰਦੇ, ਇੱਕ ਨਾਮ ਅੰਮ੍ਰਿਤ ਉਹ ਦੇਵੇ, ਜੇ ਗੁਰੂ ਨਾਮ ਦੀ ਬਖਸ਼ਿਸ਼ ਕਰ ਦੇਵੇ ਤਾਂ ਨਾਨਕ ਤ੍ਰਿਸ਼ਟਸ ਦੇਹਾ। ਫਿਰ ਇਸ ਦੇਹੀ ਦੇ ਵਿੱਚੋਂ ਨਿਕਲ ਕੇ ਪਰਮੇਸ਼ਰ ਦੇ ਸਰੂਪ ਵਿੱਚ, ਤ੍ਰਿਸ਼ਟਸ ਦਾ ਅਰਥ ਹੈ ਸਥਿਤ ਹੋਣਾ, ਫਿਰ ਪਰਮੇਸ਼ਰ ਦੇ ਵਿੱਚ ਟਿਕਾ ਹੋ ਸਕਦਾ ਜੇ ਗੁਰੂ ਨਾਮ ਦੀ ਦਾਤ ਦੇ ਦੇਵੇ। ਜੇ ਨਾਮ ਦੇ ਦੇਵੇ ਨਾ ਗੁਰੂ, ਖੁਸ਼ ਹੋ ਕੇ ਨਾਮ ਦੀ ਬਖਸ਼ਿਸ਼ ਕਰ ਦੇਵੇ। ਨਾਨਕ ਸਾਹਿਬ ਤੁਠੈ ਜੋ ਮਿਲੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਬਖਸ਼ਿਸ਼ ਕਰ ਦੇਣ, ਕਿਉਂਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਪਾਤਸ਼ਾਹ ਕਿਹਾ ਜਾਂਦਾ। ਪਾਤਸ਼ਾਹ ਜਹਾਂਗੀਰ ਨੇ ਸ਼ੰਕਾ ਕੀਤਾ ਸੀ ਨਾ, ਜਹਾਂਗੀਰ ਕਹਿੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੇ ਲੋਕ ਪਾਤਸ਼ਾਹ ਕਹਿੰਦੇ ਆ ਤੇ ਮੈਨੂੰ ਬਾਦਸ਼ਾਹ ਕਹਿੰਦੇ, ਇਹਦੇ ਵਿੱਚ ਕੀ ਫਰਕ ਹੈ? ਮਹਾਰਾਜ ਕਿਵੇਂ ਪਾਤਸ਼ਾਹ ਹੋ ਗਏ ਤੇ ਮੈਂ ਕਿਵੇਂ ਬਾਦਸ਼ਾਹ ਹੋ ਗਿਆ? ਹੱਦ ਸੰਗਤ ਜੀ, ਬਾਦਸ਼ਾਹ ਦਾ ਅਰਥ ਹੁੰਦਾ ਆ, ਧਿਆਨ ਨਾਲ ਸੁਣਿਆ ਜੀ, ਬਾਦ ਨਾਮ ਹੁੰਦਾ ਝਗੜਿਆਂ ਦਾ ਤੇ ਸ਼ਾਹ ਨਾਮ ਹੁੰਦਾ ਮਾਲਕ ਦਾ, ਰਾਜੇ ਦਾ। ਜਿਹੜਾ ਝਗੜਿਆਂ ਨੂੰ ਨਿਬੇੜਦਾ ਹੋਵੇ ਨਾ, ਉਹਨੂੰ ਬਾਦਸ਼ਾਹ ਕਹੀਦਾ ਆ। ਤੇ ਇੱਕ ਪਾਤਸ਼ਾਹ ਹੁੰਦਾ, ਪਤ ਨਾਮ ਹੁੰਦਾ ਆ ਇੱਜ਼ਤ ਦਾ। ਤੇ ਜਿਹੜਾ ਇੱਜ਼ਤਾਂ ਦਾ ਰਾਖਾ ਹੋਵੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਉਹਨੂੰ ਪਾਤਸ਼ਾਹ ਕਹੀਦਾ ਆ। ਤੇ ਜਹਾਂਗੀਰ ਨੇ ਮਨ ਵਿੱਚ ਸ਼ੰਕਾ ਕੀਤੀ। ਉਹ ਘਾਹੀ ਸਿੱਖ ਵਾਲੀ ਸਾਖੀ, ਜਿਹੜਾ ਘਾਹੀ ਸਿੱਖ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਿਆ, ਜਦੋਂ ਮਹਾਰਾਜ ਦਿੱਲੀ ਵਿਖੇ ਰਹਿ ਰਹੇ ਨਾ ਜਹਾਂਗੀਰ ਦੇ ਕੋਲ, ਤੇ ਉਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਜਾਂਦੇ ਤੇ ਦੁਪਹਿਰਾ ਜੰਗਲ ਦੇ ਵਿੱਚ ਦੋ ਥਾਂ ਪੜਾ ਹੋਇਆ, ਇੱਕ ਥਾਂ ਮਹਾਰਾਜ ਦਾ, ਇੱਕ ਥਾਂ ਜਹਾਂਗੀਰ ਬਾਦਸ਼ਾਹ ਦਾ। ਤੇ ਘਾਹੀ ਸਿੱਖ ਨੇ ਕਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਪਹਿਲਾਂ ਨਹੀਂ ਸੀ ਕੀਤੇ। ਤੇ ਉਹਨੂੰ ਲੱਗਾ, ਉਹਨੇ ਪੁੱਛਿਆ ਸਿਪਾਹੀਆਂ ਨੂੰ ਕਿ ਪਾਤਸ਼ਾਹ ਦਾ ਤੰਬੂ ਕਿਹੜਾ ਪਾਤਸ਼ਾਹ ਦਾ? ਉਹ ਸਿਪਾਹੀਆਂ ਨੇ ਕਿਹਾ ਵੀ ਉਹ ਸਾਹਮਣੇ ਲੱਗਾ। ਉਹਨੇ ਆਪਣੇ ਜਹਾਂਗੀਰ ਦਾ ਦੱਸ ਦਿੱਤਾ ਵੀ ਖਰੇ ਉਹਨੂੰ ਪਾਤਸ਼ਾਹ ਕਹਿੰਦਾ ਹੋਵੇ ਸਿੱਖ। ਗਰੀਬ ਜਿਹਾ ਸਿੱਖ ਘਾਹ ਦੀ ਪੰਡ ਸਿਰ ਤੇ ਚੁੱਕੀ ਹੈ ਤੇ ਜਹਾਂਗੀਰ ਬਾਦਸ਼ਾਹ ਦੇ ਅੱਗੇ ਤੰਬੂ ਵਿੱਚ ਜਾ ਕੇ ਪੰਡ ਰੱਖੀ ਤੇ ਨਾਲ ਹੱਦ ਸੰਗਤ ਜੀ ਕੁਝ ਕੁ ਮਾਇਆ ਰੱਖੀ ਤੇ ਕਹਿਣ ਲੱਗਾ ਹੱਥ ਜੋੜ ਕੇ, ਕਹਿੰਦਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ ਮੇਰਾ ਲੋਕ ਤੇ ਪਰਲੋਕ ਸੁਹੇਲਾ ਕਰ ਦਿਓ। ਜਹਾਂਗੀਰ ਬਾਦਸ਼ਾਹ ਬੜੀ ਦਚਿੱਤੀ ਦੇ ਵਿੱਚ ਪਿਆ, ਕਹਿਣ ਲੱਗਾ ਸਿੱਖਾ, ਇਸ ਲੋਕ ਦੇ ਜਿੰਨੇ ਪਦਾਰਥ ਤੈਨੂੰ ਚਾਹੀਦਾ, ਕੋ ਸੋਨਾ ਚਾਹੀਦਾ, ਕੋ ਹੋਰ ਜਿੰਨੀ ਮੋਹਰਾਂ ਚਾਹੀਦੀਆਂ, ਮਾਇਆ ਚਾਹੀਦੀ, ਜੋ ਤੈਨੂੰ ਘੋੜੇ ਹਾਥੀ ਚਾਹੀਦੇ ਮੇਰੇ ਤਾਈਂ ਦੱਸ, ਮੈਂ ਤੈਨੂੰ ਇੱਥੇ ਲੋਕ ਵਿੱਚ ਦੇ ਸਕਦਾ, ਪਰ ਪਰਲੋਕ ਵਿੱਚ ਮੇਰਾ ਜ਼ੋਰ ਕੋਈ ਨਹੀਂ। ਸਿੱਖ ਕਹਿੰਦਾ ਵੇ ਸਤਿਗੁਰੂ ਜੀ, ਪਰਲੋਕ ਵਿੱਚ ਤੁਹਾਡਾ ਜ਼ੋਰ ਕਿਉਂ ਨਹੀਂ? ਜਹਾਂਗੀਰ ਕਹਿਣ ਲੱਗਾ ਵੇ ਜਿਨ੍ਹਾਂ ਦਾ ਪਰਲੋਕ ਵਿੱਚ ਜ਼ੋਰ ਹੈ ਨਾ, ਉਹਨਾਂ ਦਾ ਤੰਬੂ ਅਗਲਾ ਆ, ਤੂੰ ਭੁਲੇਖੇ ਦੇ ਨਾਲ ਆ ਗਿਆ। ਤੇ ਸਿੱਖ ਨੇ ਪ੍ਰਵਾਹ ਕੋਈ ਨਾ ਕੀਤੀ, ਘਾਹ ਦੀ ਪੰਡ ਵੀ ਚੁੱਕ ਲਈ ਤੇ ਜਿਹੜੀ ਮਾਇਆ ਭੇਟਾ ਕੀਤੀ ਉਹ ਵੀ ਚੁੱਕ ਲਈ ਝੱਟ ਕਰਦੀ ਤੇ ਅਗਲੇ ਤੰਬੂ ਵਿੱਚ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਘਾਹ ਦੀ ਪੰਡ ਭੇਟਾ ਕੀਤੀ ਤੇ ਨਾਲੇ ਮਾਇਆ ਭੇਟਾ ਕੀਤੀ। ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਬਖਸ਼ ਦਿਓ, ਮੈਂ ਤੁਹਾਡੇ ਕਦੇ ਪਹਿਲਾਂ ਦਰਸ਼ਨ ਨਹੀਂ ਸੀ ਕੀਤੇ, ਕਿਰਪਾ ਕਰੋ ਸਤਿਗੁਰੂ ਜੀ, ਮੇਰਾ ਲੋਕ ਵੀ ਸਹੇਲਾ ਕਰ ਦਿਓ ਤੇ ਪਰਲੋਕ ਵੀ ਸਹੇਲਾ ਕਰ ਦਿਓ। ਜਹਾਂਗੀਰ ਨੇ ਸਿਪਾਹੀ ਭੇਜਿਆ, ਮਗਰ ਕਹਿੰਦਾ ਜਾ ਵੇਖ ਕੇ ਆ ਮਹਾਰਾਜ ਕੀ ਕਹਿੰਦੇ। ਸਿੱਖ ਜਿਹੜੀ ਅਰਦਾਸ ਕਰਦਾ ਨਾ, ਵੇਖ ਕੇ ਆ ਮਹਾਰਾਜ ਕੀ ਕਹਿੰਦੇ। ਤੇ ਉਹ ਸਿਪਾਹੀ ਨਾਲ ਗਿਆ ਆ ਤੇ ਸਿੱਖ ਨੇ ਜਦੋਂ ਜਾ ਕੇ ਭਾਵਨਾ ਦੇ ਨਾਲ ਅਰਦਾਸ ਬੇਨਤੀ ਕੀਤੀ ਕਿ ਕਿਹਾ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਮੈਂ ਪਿਛਲੇ ਤੰਬੂ ਵਿੱਚ ਚਲਿਆ ਗਿਆ, ਹੁਣ ਮੇਰੇ ਤੇ ਕਿਰਪਾ ਕਰੋ, ਮੇਰਾ ਲੋਕ ਪਰਲੋਕ ਸਹੇਲਾ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਭਾਵਨਾ ਦੇਖੀ। ਮਹਾਰਾਜ ਕਹਿੰਦੇ ਜਾ ਸਿੱਖਾ, ਤੇਰੇ ਲੋਕ ਵਿੱਚ ਵੀ ਸਹਾਈ ਹੋਵਾਂਗੇ ਤੇ ਪਰਲੋਕ ਵਿੱਚ ਵੀ ਸਹਾਈ ਹੋਵਾਂਗੇ। ਸਿੱਖ ਨੂੰ ਨਿਹਾਲ ਕੀਤਾ ਸਤਿਗੁਰੂ ਨੇ। ਸਿਪਾਹੀ ਨੇ ਜਹਾਂਗੀਰ ਨੂੰ ਦੱਸਿਆ ਆ ਕੇ, ਜਹਾਂਗੀਰ ਕਿ ਮਹਾਰਾਜ ਸੱਚੇ ਪਾਤਸ਼ਾਹ ਉਹ ਸਿੱਖ ਜਿਹੜਾ ਆਇਆ ਸੀ ਉਹਨੂੰ ਮੁਕਤੀ ਦੇ ਦਿੱਤੀ, ਲੋਕ ਪਰਲੋਕ ਦੇ ਪਦਾਰਥ ਦੇ ਦਿੱਤੇ। ਮਹਾਰਾਜ ਕਹਿੰਦੇ ਹਾਂ। ਵਾਹਿਗੁਰੂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਨੂੰ ਕਹਿਣ ਲੱਗੇ ਹਾਂ ਅਸੀਂ ਸਿੱਖ ਨੂੰ ਮੁਕਤੀ ਵੀ ਦੇ ਦਿੱਤੀ ਹੈ, ਲੋਕ ਦੇ ਪਦਾਰਥ ਵੀ ਦੇ ਦਿੱਤੇ ਹੈ, ਪਰਲੋਕ ਦੇ ਵੀ ਦੇ ਦਿੱਤੇ,
ਜਹਾਂਗੀਰ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਇੱਕ ਘਾਹ ਦੀ ਪੰਡ ਵੱਟੇ, ਘਾਹ ਦੀ ਪੰਡ ਵੱਟੇ ਸਿੱਖ ਨੂੰ ਮੁਕਤੀ ਦੇ ਦਿੱਤੀ ਕਿ ਥੋੜ੍ਹੀ ਮਾਇਆ ਮੋਹਰਾਂ ਦੇ ਵੱਟੇ ਮਹਾਰਾਜ ਮੁਕਤੀ ਦੇ ਦਿੱਤੀ ਸਿੱਖ ਨੂੰ। ਮਹਾਰਾਜ ਕਹਿਣ ਲੱਗੇ, ਅਸੀਂ ਕਿਸੇ ਦੀ ਮਾਇਆ ਨਹੀਂ ਵੇਖਦੇ ਜਹਾਂਗੀਰ ਬਾਦਸ਼ਾਹ, ਅਸੀਂ ਸਿੱਖ ਦੀ ਭਾਵਨਾ ਵੇਖਦੇ ਆ। ਭਾਵਨਾ ਉਹ ਭਾਵੇਂ ਸਿੱਖ ਹੋਵੇ ਚਾਹੇ ਕੋਈ ਕਿਸੇ ਧਰਮ ਦਾ ਹੋਵੇ, ਜੇ ਕੋਈ ਸਾਨੂੰ ਭਾਵਨਾ ਦੇ ਨਾਲ ਆ ਕੇ ਅਰਦਾਸ ਕਰਦਾ ਨਾ, ਸ਼ਰਧਾ ਦੇ ਨਾਲ, ਅਸੀਂ ਪ੍ਰੇਮ ਦੇ ਵਸੀਕਾਰ ਹਾਂ, ਤੇ ਉਹਨੂੰ ਸਾਰੇ ਦੁਨੀਆ ਦਾ ਰਾਜ ਵੀ ਮਹਾਰਾਜ ਕਹਿੰਦੇ ਅਸੀਂ ਬਖਸ਼ ਸਕਦੇ ਹਾਂ, ਸੰਸਾਰ ਦਾ ਰਾਜ ਵੀ। ਜੇ ਅਸੀਂ ਪ੍ਰਸੰਨ ਹੋਈਏ ਨਾ ਆਪਣੇ ਸਿੱਖ ਦੇ ਉੱਤੇ, ਤੇ ਬੰਧਨ ਕੱਟਣੇ ਤੇ ਦੂਰ ਦੀ ਗੱਲ, ਮੁਕਤੀ ਦੇਣੀ ਤੇ ਦੂਰ ਦੀ ਗੱਲ, ਅਸੀਂ ਆਪਣੇ ਸਿੱਖ ਨੂੰ ਸੰਸਾਰ ਦਾ ਰਾਜ ਵੀ ਬਖਸ਼ ਸਕਦੇ ਹਾਂ, ਇੰਨੀ ਸਮਰੱਥਾ ਰੱਖਦੇ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਹੀ ਸਿੱਖਾਂ ਦਾ ਉਧਾਰ ਕੀਤਾ। ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਸਤਿਗੁਰ ਬਾਵਨ ਚੰਦਨੋਂ ਵਾਸ ਸੁਬਾਸ ਕਰੈ ਲਾਖੀਣਾ। ਜਿਵੇਂ ਚੰਦਨ ਅਨੇਕਾਂ ਰੁੱਖਾਂ ਦੇ ਵਿੱਚ ਆਪਣੀ ਬਾਸ਼ਨਾ ਦੇ ਦਿੰਦਾ ਨਾ, ਸਤਿਗੁਰੂ ਮਹਾਰਾਜ ਲੱਖਾਂ ਨੂੰ ਮੁਕਤ ਕਰ ਸਕਦੇ, ਲੱਖਾਂ ਨੂੰ, ਭਾਵੇਂ ਜਿੰਨੇ ਮਰਜ਼ੀ ਮਹਾਰਾਜ ਦੀ ਹਜ਼ੂਰੀ ਵਿੱਚ ਆ ਜਾਣ। ਤੇ ਅੱਗੇ ਫਰਮਾਉਂਦੇ ਐ, ਸਤਿਗੁਰ ਪੂਰਾ ਪਾਰ ਜਾਤ। ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੇ ਪਾਰ ਜਾਤ ਹੈ। ਸਿੰਬਲ ਸਫਲ ਕਰੈ ਸੰਗ ਲੀਣਾ। ਸਿੰਬਲ ਦਾ ਰੁੱਖ ਜਿਵੇਂ ਹੱਦ ਸੰਗਤ ਜੀ ਹੁੰਦਾ ਨਾ, ਉਹਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਸਿੰਬਲ ਦੇ ਰੁੱਖ ਵਰਗੇ ਜਿਹੜੇ ਸਾਡੇ ਮਨ ਹਨ, ਜਿਨ੍ਹਾਂ ਵਿੱਚ ਸਾਧ ਸੰਗਤ ਜੀ ਉੱਚੇ ਤੇ ਬੜੇ ਹੈ, ਸਰੂਪ ਤੇ ਬੜਾ ਸੁੰਦਰ ਹੈ, ਪਰ ਗੁਣ ਕੋਈ ਨਹੀਂ। ਮਹਾਰਾਜ ਔਗਣ ਆਰਿਆਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਣ ਬਖਸ਼ਣ ਵਾਲੇ ਹੈ, ਨਿਰਗੁਣ ਆਰਿਆਂ ਨੂੰ ਵੀ ਗੁਣਾਂ ਦੇ ਸਹਿਤ ਕਰਨ ਵਾਲੇ ਹੈ। ਤੇ ਸਤਿਗੁਰੂ ਗੁਰ ਤੀਰਥ ਮਾਨ ਸਰੂਵਰ, ਸਤਿਗੁਰੂ ਕਾਗੋ ਹੰਸ ਜਲਹੁ ਦੁੱਧ ਪੀਣਾ। ਸਤਿਗੁਰੂ ਗਰੀਬ ਨਵਾਜ ਜੀ ਕਾਮਾਂ ਤੋਂ ਹੰਸ ਕਰਨ ਵਾਲੇ, ਜਿਹੜੀ ਕਾਮਾਂ ਵਰਗੀ ਸਾਡੀ ਬਿਰਤੀ ਹੈ ਨਾ, ਇੱਧਰ ਉੱਧਰ ਖਿੰਡੀ ਫਿਰਦੀ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗੀਏ, ਮਹਾਰਾਜ ਦਾ ਉਪਦੇਸ਼ ਮੰਨੀਏ, ਤੇ ਮਹਾਰਾਜ ਗਰੀਬ ਨਵਾਜ ਹੰਸ ਬਣਾ ਦਿੰਦੇ ਹੈ। ਹੰਸ ਵਾਲੀਆਂ ਪਦਵੀਆਂ ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਪਾਰੋ ਜੁਲਕਾਂ ਨੂੰ ਦਿੱਤੀ ਹੋਈ ਸੀ, ਐਸੀਆਂ ਪਦਵੀਆਂ ਭਾਈ ਪਾਰੋ ਜੁਲਕਾਂ ਨੂੰ ਪਰਮਹੰਸ ਕਿਹਾ ਜਾਂਦਾ। ਪਰਮਹੰਸ, ਐਸੇ ਸਿੱਖਾਂ ਨੂੰ ਮਹਾਰਾਜ ਪਰਮਹੰਸ ਦੀਆਂ ਪਦਵੀਆਂ ਵੀ ਦੇ ਸਕਦੇ। ਗੁਰ ਤੀਰਥ ਦਰਿਆਓ ਹੈ, ਪਸ਼ੂ ਪ੍ਰੀਤ ਕਰੈ ਪ੍ਰਵੀਣਾ। ਮਹਾਰਾਜ ਐਸੇ ਤੀਰਥ ਐਸੇ ਦਰਿਆ ਹਨ, ਐਸੇ ਸਾਧ ਸੰਗਤ ਜੀ ਬਖਸ਼ਿਸ਼ਾਂ ਕਰਨ ਵਾਲੇ, ਕਿ ਪਸ਼ੂ ਬਿਰਤੀ ਵਾਲੇ ਜਿਹੜੇ ਲੋਕ, ਜਿਵੇਂ ਹਾਲਤ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਪਸ਼ੂ ਪ੍ਰੀਤ ਮੁਗਧ ਕੋ ਉਤਾਰੈ, ਪਾਹਨ ਪਾਰ ਉਤਾਰੈ। ਸਤਿਗੁਰੂ ਮਹਾਰਾਜ ਸਾਰਿਆਂ ਦੀਆਂ, ਜਿਵੇਂ ਦੀਆਂ ਪਸ਼ੂਆਂ ਵਰਗੀ ਕਿਸੇ ਦੀ ਬਿਰਤੀ ਹੈ, ਇਸ ਮਨੁੱਖ ਦੀ ਜਿਵੇਂ ਇਹਦੀ ਹਾਲਤ ਹੈ ਵੀ ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ, ਇਵੇਂ ਦੀਆਂ ਆਦਤਾਂ। ਮਨੁੱਖਾ ਜਨਮ ਮਹਾਰਾਜ ਫਿਰ ਹਾਰਨ ਨਹੀਂ ਦਿੰਦੇ ਸਿੱਖ ਨੂੰ, ਸਤਿਗੁਰੂ ਜੀ ਮਨੁੱਖਾ ਜਨਮ ਸਫਲ ਕਰਾ ਦਿੰਦੇ ਹੈ ਨਾਮ ਦੇ ਕੇ। ਅਖੀਰ ਵਿੱਚ ਫਰਮਾਉਂਦੇ ਹੈ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਣਾ। ਉਡੀਣਾ ਦਾ ਸਾਧ ਸੰਗਤ ਜੀ ਵਿਦਵਾਨਾਂ ਨੇ ਅਰਥ ਕੀਤਾ ਆ ਉਦਾਸ। ਜਿਹੜਾ ਉਡੀਣਾ ਆਪਾਂ ਸ਼ਬਦ ਸੁਣਦੇ ਆ ਨਾ, ਉਡੀਣਾ ਦਾ ਅਰਥ ਹੈ ਉਦਾਸ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਣਾ। ਜਿਵੇਂ ਇੱਥੋਂ 52 ਰਾਜੇ ਉਦਾਸ ਹੋਏ ਬੈਠੇ ਸੀ ਨਾ, ਆਸ ਛੱਡੀ ਬੈਠੇ ਸੀ ਕਿ ਸਾਡੀ ਹੁਣ ਮਰ ਕੇ ਸੁਆਹ ਵੀ ਇਸ ਕਿਲੇ ਦੇ ਵਿੱਚੋਂ ਬਾਹਰ ਨਹੀਂ ਜਾਣੀ। ਮਹਾਰਾਜ ਗਰੀਬ ਨਵਾਜ ਉਹਨਾਂ ਨੂੰ ਵੀ ਪ੍ਰਸੰਨ ਕਰਨ ਵਾਲੇ ਹੈ, ਜੀਵਨ ਮੁਕਤ ਕਰਨ ਵਾਲੇ ਹੈ। ਦੱਸਦੇ ਇਤਿਹਾਸਕਾਰ ਵੀ 52 ਰਾਜੇ ਜਿੰਨਾ ਚਿਰ ਜਿਉਂਦੇ ਰਹੇ ਨਾ, ਅਕਾਲ ਤਖਤ ਸਾਹਿਬ ਜਾ ਕੇ ਮਹਾਰਾਜ ਅੱਗੇ ਨਿਭਦੇ ਰਹੇ, ਛੇਵੇਂ ਪਾਤਸ਼ਾਹ ਜੀ ਦੇ ਅੱਗੇ, ਤੇ ਪ੍ਰਸੰਨ ਚਿੱਤ ਗਰੀਬ ਨਵਾਜ ਜੀ ਨੇ ਮੁਕਤੀ ਵੀ ਉਹਨਾਂ ਨੂੰ ਨਾਲ ਦਿੱਤੀ। ਐਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖ ਮਨ ਪਤੀਜ ਪਤੀਣਾ। ਗੱਲ ਤੇ ਇਹ ਹੈ, ਜੇ ਗੁਰਮੁਖਾਂ ਦੇ ਨਾਲ ਇਹ ਪਤੀਜ, ਜਿਹੜਾ ਪਤੀਜਣ ਤੋਂ ਰਹਿਤ ਹੈ ਮਨ, ਜਿਹੜਾ ਕਿਤੇ ਛੇਤੀ ਪਸੰਦ ਨਹੀਂ ਹੁੰਦਾ ਨਾਮ ਦੇ ਵਾਸਤੇ, ਸੇਵਾ ਦੇ ਵਾਸਤੇ, ਸਿਮਰਨ ਦੇ ਵਾਸਤੇ, ਜੇ ਕਿਤੇ ਗੁਰਮੁਖਾਂ ਦੀ ਸੰਗਤ, ਗੁਰੂ ਦੇ ਮੁਖ ਦੁਆਰਾ ਉਪਦੇਸ਼ ਸੁਣ ਲਈਏ, ਫਿਰ ਸਾਧ ਸੰਗਤ ਜੀ ਮਨ ਇਹ ਜਿਹੜਾ ਨਾ ਨਾਮ ਦੇ ਵਿੱਚ ਫਿਰ ਜਾ ਕੇ ਪਤੀਜੇਗਾ, ਫਿਰ ਸਾਧ ਸੰਗਤ ਜੀ ਨਾਮ ਦੇ ਵਿੱਚ ਇਹਦੀ ਪ੍ਰਤਿਸ਼ਠਾ ਹੋਵੇਗੀ। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਪਾਂ ਸਾਧ ਸੰਗਤ ਜੀ ਨਾਮ ਦਾ ਉਪਦੇਸ਼ ਲਈਏ। ਆਓ ਸਾਰੀ ਸੰਗਤ, ਮੇਰਾ 5 ਮਿੰਟ ਸਮਾਂ ਅਜੇ ਹੈ, ਆਪਾਂ ਸਾਵਧਾਨ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਨਾਮ ਦੇ ਵਿੱਚ ਹਾਜ਼ਰੀ ਲਗਵਾਈਏ। ਸਾਰੇ ਰਲ ਮਿਲ ਕੇ ਆਖੋ ਜੀ,
ऐसे गुर को बल बल जाइए, ऐसे गुर को बल बल जाइए, ऐसे गुर को ऐसे गुर को बल बल जाइए, ऐसे गुर को बल बल जाइए। ਜਿੰਨੀ ਸਾਧ ਸੰਗਤ ਜੀ ਸੰਗਤ ਦੀਵਾਨ ਹਾਲ 'ਚ ਬੈਠੀ ਹੈ ਨਾ, ਦੀਵਾਨ ਹਾਲ ਗੂੰਜਣਾ ਚਾਹੀਦਾ, ਗੂੰਜਣਾ। ਆਪਾਂ ਆਮ ਜੇ ਕਿਤੇ ਕੋਈ ਗੀਤ ਚੱਲਦਾ ਹੋਵੇ ਨਾ ਤੇ ਗੀਤ ਦੀਆਂ ਧੁਨੀਆਂ 4 ਲਾਈਨਾਂ ਸੁਣ ਲਈਏ ਤੇ ਉਹ ਇਕੱਲੇ ਬਾਥਰੂਮ ਦੇ ਵਿੱਚ ਵੜ ਕੇ ਬੜੀ ਉੱਚੀ ਉੱਚੀ ਗਾਉਣੇ, ਤੇ ਇੱਥੇ ਕਾਹਦੀ ਸ਼ਰਮ ਗੁਰੂ ਮਹਾਰਾਜ ਦੇ ਦਰਬਾਰ ਵਿੱਚ। ਸਾਰੀ ਸੰਗਤ ਗੱਜ ਵੱਜ ਕੇ ਆਖੋ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। आप मुक्त मोहि तारै, आप मुक्त मोहि तारै, आप मुक्त मोहि तारै। वाहिगुरु 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 वाहिगुरु। 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 वाहिगुरु वाहिगुरु। सतगुरु महाराज सच्चे पातशाह जी के चरनां च अरदास करिए। महाराज गरीब नवाज सच्चे पातशाह जी कहंदे, बंधन काटै प्रभु मिलावै। सतगुरु महाराज बंधन कट देणगे, परमेश्वर नूं मिला देणगे। जे महाराज गरीब नवाज जी का नाम लईए, जे उची पुकारा करिए, तरला करिए, तो सतगुरु महाराज सच्चे पातशाह जी बख्शिशां कर देणगे। सारी संगत का धन्नवाद। स्टेज के सैकटरी ਸਿੰਘਾਂ ਦਾ ਧੰਨਵਾਦ जिन्हां ने आप संगत के दर्शन करवाए। कोटानकोट शुकराना सतगुरु गुरु ग्रंथ साहिब महाराज सच्चे पातशाह जी का, तो उत्थों के मुख प्रबंधक महापुरख श्रीमान संत बाबा सेवा सिंह जी कार सेवा खडूर साहब वाले, बाबा लखा सिंह जी, तिन्हां महापुरुषों का धन्नवाद जिन्हां ने आप संगत के दर्शन करवाए। सतगुरु महाराज बख्शिश करन। सारी संगत नूं बेनती है कि गुरु वाले बणीए, अमृत छक के गुरु दीआं खुशियां प्राप्त करिए। भुलां गलतियां दी खिमा जी। वाहिगुरु जी का खालसा, वाहिगुरु जी की फतेह।